गुड आफ्टरनून स्टूडेंट्स। ਅੱਜ ਜਿਹੜਾ ਆਪਣਾ ਟੌਪਿਕ ਹੈਗਾ ਉਹ ਰਿਵਟਸ ਐਂਡ ਰਿਵਟਡ ਜੁਆਇੰਟਸ ਦਾ ਵਾ। ਆਪਾਂ ਨੂੰ ਇੰਨਾ ਕੁ ਪਤਾ ਹੈ ਕਿ ਜਿਹੜੀਆਂ ਵੱਡੀਆਂ ਵੱਡੀਆਂ ਮਸ਼ੀਨਸ ਆ ਉਹ ਨੰਬਰ ਆਫ ਪਾਰਟਸ ਦੀ ਕੀ ਹੈ ਅਸੈਂਬਲੀ ਹੁੰਦੀ ਹੈ। ਅਸੈਂਬਲੀ ਮੀਨਸ ਮਤਲਬ ਉਹਨਾਂ ਨੂੰ ਜੁਆਇੰਟ ਕਰਕੇ ਇੱਕ ਵੱਡੀ ਮਸ਼ੀਨ ਬਣਾਈ ਜਾਂਦੀ ਹੈ ਅਤੇ ਉਹ ਨੰਬਰ ਆਫ ਪਾਰਟਸ ਨੂੰ ਜੋੜਨ ਲਈ ਆਪਾਂ ਕੀ ਯੂਜ਼ ਕਰਦੇ ਹਾਂ ਫਾਸਟਨਰਸ ਜਾਂ ਫਾਸਟਨਿੰਗ ਜਿਹੜਾ ਪ੍ਰੋਸੈਸ ਆਪਾਂ ਯੂਜ਼ ਕਰਦੇ ਹਾਂ ਉਹਨੂੰ ਆਪਾਂ ਫਾਸਟਨਿੰਗ ਕਹਿੰਦੇ ਹਾਂ। ਠੀਕ ਹੈ, ਇਹਦੇ ਵਿੱਚੋਂ ਹੀ ਇੱਕ ਜਿਹੜੀ ਅਰੇਂਜਮੈਂਟ ਹੈ ਉਹ ਆਪਾਂ ਕਰਦੇ ਹਾਂ ਵਿਦ ਦਾ ਹੈਲਪ ਆਫ ਰਿਵਟਸ ਆਪਾਂ ਉੱਥੇ ਯੂਜ਼ ਕਰਦੇ ਹਾਂ ਜਿੱਥੇ ਹੋਰ ਪੇਚ ਨਟ ਬੋਲਟ ਵਗੈਰਾ ਨਹੀਂ ਯੂਜ਼ ਹੋ ਸਕਦੇ। ਫੋਰ ਐਗਜ਼ਾਮਪਲ ਇਨ ਰੋਲਡ ਸੈਕਸ਼ਨਸ। ਠੀਕ ਹੈ, ਰੋਲਡ ਸੈਕਸ਼ਨ ਮੀਨਸ ਬੋਇਲਰਸ ਦੇ ਵਿੱਚ ਕੀ ਆ ਪੂਰਾ ਰੋਲਡ ਹੁੰਦਾ ਹੈ, ਗੁਲਾਈ ਦੇ ਵਿੱਚ ਹੁੰਦਾ, ਤਾਂ ਆਪਾਂ ਉੱਥੇ ਕੀ ਹੈ ਪੇਚ ਵਗੈਰਾ ਨਹੀਂ ਲਗਾ ਸਕਦੇ ਕਿਉਂਕਿ ਉਹ ਲੀਕ ਪ੍ਰੂਫ ਨਹੀਂ ਹੋਣਗੇ। ਜੇ ਆਪਾਂ ਰਿਵਟਸ ਜੁਆਇੰਟਸ ਯੂਜ਼ ਕਰਦੇ ਹਾਂ ਤਾਂ ਉਹ ਲੀਕ ਪ੍ਰੂਫ ਹੁੰਦੇ ਆ, ਤਾਂ ਉਹਦੇ ਵਿੱਚੋਂ ਬਿਲਕੁਲ ਕੋਈ ਸਟੀਮ ਨਹੀਂ ਲੀਕ ਹੁੰਦੀ, ਕੋਈ ਵਾਟਰ ਵਗੈਰਾ ਨਹੀਂ ਲੀਕ ਹੁੰਦਾ। ਠੀਕ ਹੈ, ਤਾਂ ਆਪਾਂ ਦੋ ਪਲੇਟਸ ਨੂੰ ਜੋੜਨ ਲਈ ਵੀ ਆਪਾਂ ਯੂਜ਼ ਕਰਦੇ ਹਾਂ। ਫੋਰ ਐਗਜ਼ਾਮਪਲ ਜਿਵੇਂ ਆਪਾਂ ਪਲੇਟਸ ਨੂੰ ਜੋੜਨਾ ਹੈ ਤਾਂ ਵੀ ਆਪਾਂ ਕੀ ਹੈ ਰਿਵਟਸ ਜੁਆਇੰਟਸ ਯੂਜ਼ ਕਰਦੇ ਹਾਂ। ਇਹਦੇ ਵਿੱਚ ਆਪਾਂ ਰਿਵਟ ਪਾ ਲੈਂਦੇ ਹਾਂ ਅਤੇ ਇੱਥੋਂ ਇੱਕ ਪਾਸੇ ਦੋਨੋਂ ਪਾਸੇ ਹੈਡ ਬਣ ਜਾਂਦਾ ਹੈ। ਠੀਕ ਹੈ, ਰਿਵਟਸ ਜਿਹੜੀ ਹੁੰਦੀ ਆ ਉਹਦੇ ਮਤਲਬ ਇੱਕ ਤਾਂ ਹੁੰਦਾ ਹੈਡ, ਆਹ ਦੇਖੋ ਆਹ ਹੈਡ ਹੋ ਗਿਆ। ਠੀਕ ਹੈ, ਆਹ ਉਹਦੀ ਸ਼ੈਂਕ ਹੋ ਗਈ, ਲਾਸਟ ਤੇ ਕੀ ਹੋ ਗਿਆ ਉਹਦੀ ਟੇਲ ਹੁੰਦੀ ਹੈ। ਠੀਕ ਹੈ, ਤਾਂ ਇਹਨੂੰ ਆਪਾਂ ਰਿਵਟ ਕਹਿ ਦਿੰਦੇ ਹਾਂ। ਤਾਂ ਅੱਗੇ ਆਪਾਂ ਜਿਹੜੀਆਂ ਮਤਲਬ ਯੂਜ਼ ਕਰਦੇ ਆ ਇਹਦੇ ਜਿਹੜੇ ਯੂਜ਼ਸ ਹੁੰਦੇ ਆ ਉਹ ਏਅਰਕ੍ਰਾਫਟ ਇੰਡਸਟਰੀ, ਕ੍ਰੇਨਸ, ਸਟੀਮ ਬੋਇਲਰਸ, ਮਤਲਬ ਇਹਨਾਂ ਦੇ ਵਿੱਚ ਆਪਾਂ ਜ਼ਿਆਦਾ ਯੂਜ਼ ਕਰਦੇ ਹਾਂ। ਜਾਂ ਜਿਵੇਂ ਆ ਦੇਖੋ ਆ ਪਿਕਚਰ ਲਗਾਈ ਹੋਈ ਆ, ਬ੍ਰਿਜਿਸ ਤੇ ਵੀ ਆਪਾਂ ਰਿਵਟਸ ਜੁਆਇੰਟਸ ਯੂਜ਼ ਕਰ ਲੈਂਦੇ ਹਾਂ। ਠੀਕ ਹੈ, ਨੈਕਸਟ ਆਪਣਾ ਜਿਹੜੇ ਆਪਾਂ ਅੱਜ ਟੌਪਿਕ ਕਵਰ ਕਰਨੇ ਆ ਉਹ ਆਪਣੇ ਹੈਗੇ ਆ ਜੀ ਡਿਫਰੈਂਟ ਟਾਈਪਸ ਆਫ ਰਿਵਟਡ ਹੈਡ। ਕਿੰਨੇ ਤਰ੍ਹਾਂ ਦੇ ਰਿਵਟਡ ਹੈਡ ਹੁੰਦੇ ਆ, ਰਿਵਟਡ ਲੈਬ ਜੁਆਇੰਟ, ਕਿੰਨੇ ਤਰ੍ਹਾਂ ਦੇ ਲੈਬ ਜੁਆਇੰਟ ਹੁੰਦੇ ਆ, ਅਤੇ ਉਹਦੇ ਵਿੱਚ ਲੈਬ ਜੁਆਇੰਟ ਦੇ ਵਿੱਚ ਚੇਨ ਜੁਆਇੰਟ ਹੁੰਦਾ, ਜ਼ਿਗਜ਼ੈਗ ਹੁੰਦਾ, ਸਿੰਗਲ ਸਟਰੈਪ ਬੱਟ ਜੁਆਇੰਟ, ਫਿਰ ਉਹ ਤੋਂ ਬਾਅਦ ਆਹ ਸਾਰੇ ਬੱਟ ਜੁਆਇੰਟ ਹੋ ਗਏ। ਠੀਕ ਹੈ ਜੀ, ਆਹ ਬੱਟ ਜੁਆਇੰਟ ਹੋ ਗਏ ਅਤੇ ਆਹ ਸਾਰੇ ਕੀ ਹੋ ਗਏ ਆਪਣੇ ਲੈਬ ਜੁਆਇੰਟ ਹੋ ਗਏ, ਲੈਬ ਜੁਆਇੰਟ। ਠੀਕ ਹੈ, ਨੈਕਸਟ ਆਪਾਂ ਚੱਲੀਏ ਕਿ ਆਪਣੀ ਰਿਵਟਸ ਤੇ ਰਿਵਟਡ ਜੁਆਇੰਟਸ ਹੁੰਦੀਆਂ ਕੀ ਆ। ਫਾਸਟਨਿੰਗ ਕੀ ਹੁੰਦੀ ਹੈ, ਸਭ ਤੋਂ ਪਹਿਲਾਂ ਫਾਸਟਨਿੰਗ ਦਾ ਪਤਾ ਹੋਣਾ ਚਾਹੀਦਾ। the arrangement used for holding two or more than two parts of machine or structure is called fastening। ਮਤਲਬ ਜਿਹੜੇ ਕੀ ਹੈ ਦੋ ਪਾਰਟਸ ਨੂੰ ਜੋੜਨ ਲਈ ਆਪਾਂ ਯੂਜ਼ ਕਰਦੇ ਆ ਉਹ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਆ ਫਾਸਟਨਿੰਗ। ਅਤੇ ਉਹ ਤੋਂ ਬਾਅਦ ਕਲਾਸੀਫਿਕੇਸ਼ਨ ਆਫ ਫਾਸਟਨਿੰਗ ਕੀ ਹੈ, ਇੱਕ ਤਾਂ ਟੈਂਪਰੇਰੀ ਫਾਸਟਨਿੰਗ ਹੁੰਦੀ ਹੈ, ਇੱਕ ਪਰਮਾਨੈਂਟ ਔਰ ਸੈਮੀ ਪਰਮਾਨੈਂਟ ਫਾਸਟਨਿੰਗ ਹੁੰਦੀ ਹੈ। ਫੋਰ ਐਗਜ਼ਾਮਪਲ ਜੇ ਆਪਾਂ ਸਕਰਿਊ ਵਗੈਰਾ ਯੂਜ਼ ਕਰਦੇ ਹਾਂ, ਠੀਕ ਹੈ, ਸਕਰਿਊ ਯੂਜ਼ ਕਰਦੇ ਹਾਂ ਤਾਂ ਉਹ ਕੀ ਹੈ ਇੱਕ ਟੈਂਪਰੇਰੀ ਫਾਸਟਨਿੰਗ ਹੈ। ਆਪਾਂ ਉਸਨੂੰ ਜੇ ਆਪਾਂ ਨੂੰ ਟਾਈਮ ਪਏ ਤਾਂ ਆਪਾਂ ਡਿਸਅਸੈਂਬਲ ਵੀ ਕਰ ਸਕਦੇ ਹਾਂ, ਸਿਰਫ ਸਕਰਿਊ ਨੂੰ ਕੱਸਣਾ ਅਤੇ ਖੋਲ੍ਹਣਾ ਹੁੰਦਾ ਹੈ। ਅਤੇ ਪਰਮਾਨੈਂਟ ਵੈਲਡਿੰਗ ਫੋਰ ਐਗਜ਼ਾਮਪਲ ਜਿਵੇਂ ਆਪਣੀ ਹੋ ਗਈ ਰਿਵਟਡ ਜੁਆਇੰਟ, ਵੈਲਡਿੰਗ ਹੋ ਗਈ। ਇਹ ਕੀ ਹੈ ਜੇ ਆਪਾਂ ਇਹਨਾਂ ਨੂੰ ਦੁਬਾਰਾ ਡਿਸਅਸੈਂਬਲ ਕਰਨਾ ਤਾਂ ਆਪਾਂ ਨੂੰ ਡਿਸਟਰੋਏ ਹੀ ਕਰਨਾ ਪੈਣਾ। ਆਪਾਂ ਇਹਨੂੰ ਵਿਦਾਊਟ ਡਿਸਟਰੋਇੰਗ ਆਪਾਂ ਅਸੈਂਬਲੀ ਨੂੰ ਖੋਲ੍ਹ ਨਹੀਂ ਸਕਦੇ। ਠੀਕ ਹੈ, ਜਿੱਥੇ ਵੀ ਰਿਵਟਡ ਜਾਂ ਵੈਲਡਿੰਗ ਜੁਆਇੰਟ ਹੋ ਗਿਆ ਮਤਲਬ ਉਹ ਕੀ ਹੈ ਇੱਕ ਪਰਮਾਨੈਂਟ ਜੁਆਇੰਟ ਹੋ ਗਿਆ। ਹੁਣ ਤੁਹਾਨੂੰ ਇਹਦੇ ਵਿੱਚ ਅੱਗੇ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ, ਦੇਖੋ ਆਹ ਐਗਜ਼ਾਮਪਲਸ ਦਿੱਤੀਆਂ ਹੋਈਆਂ। ਫੋਰ ਐਗਜ਼ਾਮਪਲ ਨਟ ਐਂਡ ਬੋਲਟ, ਨਟ ਐਂਡ ਬੋਲਟ ਆਪਾਂ ਨੂੰ ਜੇ ਟਾਈਮ ਪਏ ਤੇ ਆਪਾਂ ਨੂੰ ਖੋਲ੍ਹਣਾ ਪਵੇ ਤਾਂ ਆਪਾਂ ਖੋਲ੍ਹ ਵੀ ਸਕਦੇ ਹਾਂ, ਸਕਰਿਊਜ਼ ਖੋਲ੍ਹ ਸਕਦੇ ਹਾਂ, ਸਟੱਡਸ ਖੋਲ੍ਹ ਸਕਦੇ ਹਾਂ, ਕੀਜ਼। ਫੋਰ ਐਗਜ਼ਾਮਪਲ ਆਪਾਂ ਪਿਛਲੇ ਟੌਪਿਕ ਦੇ ਵਿੱਚ ਫਲੈਂਜ ਕਪਲਿੰਗ ਕੀਤੀ ਸੀ, ਤਾਂ ਉਹ ਫਲੈਂਜ ਕਪਲਿੰਗ ਦੇ ਵਿੱਚ ਕੀ ਹੈ ਦੋ ਕਪਲਿੰਗਸ ਨੂੰ ਕਿਵੇਂ ਆਪਾਂ ਜੁਆਇਨ ਕਰਦੇ ਸੀ, ਇੱਕ ਕੀ ਦੇ ਨਾਲ ਕੀ ਇਨਸਰਟ ਕਰ ਦਿੰਦੇ ਸੀ ਸ਼ਾਫਟ ਅਤੇ ਫਲੈਂਜ ਦੇ ਵਿੱਚ, ਤਾਂ ਉਹ ਕੀ ਹੈ ਮਤਲਬ ਜੁਆਇਨ ਹੋ ਜਾਂਦੇ ਸੀ। ਜੇ ਆਪਾਂ ਥੋੜ੍ਹਾ ਜਿਹਾ ਕੀ ਨੂੰ ਕੱਢ ਦਾਂਗੇ ਤਾਂ ਉਹ ਕੀ ਹੈ ਫਲੈਂਜ ਅਤੇ ਸ਼ਾਫਟ ਇੱਕ ਦੂਜੇ ਤੋਂ ਉੱਪਰੋਂ ਲੈ ਜਾਣਗੇ। ਠੀਕ ਹੈ, ਜਿਵੇਂ ਕੁਆਟਰਸ ਹੋ ਗਏ, ਪਿੰਸ ਹੋ ਗਈਆਂ, ਇਹ ਕੀ ਹੈ ਸਾਰੇ ਕੀ ਹੈ ਟੈਂਪਰੇਰੀ ਜੁਆਇੰਟਸ ਨੇ। ਠੀਕ ਹੈ ਜੀ, ਇਹ ਸਾਰੇ ਕੀ ਹੈ ਟੈਂਪਰੇਰੀ ਜੁਆਇੰਟਸ। ਪਰਮਾਨੈਂਟ ਜੁਆਇੰਟਸ
the arrangement of joining two or more than two parts of machine or structure permanently is called permanent joint. For example, rifting, welding, soldering, brazing, etc. ठीक है जी, ਇਹ ਕੀ ਹੈ, ਇਹ ਸਾਰੇ ਕੀ ਹੈ ਆਪਣੇ permanent joints ਨੇ, ਇਹਨਾਂ ਨੂੰ ਆਪਾਂ without destroying ਆਪਾਂ ਉਹਨੂੰ disassemble ਨਹੀਂ ਕਰ ਸਕਦੇ। ठीक है जी। नेक्स्ट चलिए, अपने को आ गया टाइप्स ऑफ रिवेट्स। रिवेट्स किन्ने तरह ਦੀਆਂ ਹੁੰਦੀਆਂ, देखो पहला सिलेंड्रिकल टाइप ਹੁੰਦੀ है, हॉलो रिवेट्स, आ हॉलो रिवेट्स ਆਪਣੀਆਂ, आ ਜਿਹੜੀ सेकंड टाइप है ये हॉलो रिवेट्स है। ठीक है, आ सिलेंड्रिकल टाइप रिवेट्स है ਜਿਹੜੀਆਂ ਬਿਲਕੁਲ ਸੋਲਿਡ ਹੁੰਦੀਆਂ ਨੇ, ਹੈਡ ਵਗੈਰਾ ਸੋਲਿਡ ਹੈ, ਇਹਦੇ ਵਿੱਚ ਕੀ ਹੈ ਸਾਰੀ ਰਿਵੇਟਸ ਕੀ ਹੈ ਹੌਲੋ ਹੁੰਦੀ ਹੈ। ਇਹ ਮੈਕਸਿਮਮ ਯੂਜ਼ ਆਪਾਂ ਲੈਦਰ ਬੈਗਸ ਦੇ ਵਿੱਚ ਇਹਦਾ ਯੂਜ਼ ਦੇਖਿਆ ਹੋਊਗਾ ਜਾਂ ਟੈਕਸਟਾਈਲ ਇੰਡਸਟਰੀ ਦੇ ਵਿੱਚ ਯੂਜ਼ ਕਰਦੇ ਆ। ਠੀਕ ਹੈ, ਇਹ ਰਿਵੇਟਸ ਦਾ ਇਹ ਮਤਲਬ ਬਹੁਤ ਹਲਕੀਆਂ ਜਿਹੀਆਂ ਹੁੰਦੀਆਂ ਨੇ ਐਜ਼ ਕੰਪੇਅਰ ਟੂ ਸਿਲੰਡਰੀਕਲ ਰਿਵੇਟਸ। ਉਹ ਤੋਂ ਬਾਅਦ ਐਕਸਪਲੋਸਿਵ ਰਿਵੇਟਸ, these a important है, देखो these are the aluminum rivets that have been hollowed out at the end to allow space for explosive charge। ਪਹਿਲਾਂ ਕੀ ਹੈ ਇਹਦੇ ਵਿੱਚ ਐਕਸਪਲੋਸਿਵ ਚਾਰਜ ਭਰਿਆ ਹੋਇਆ ਹੈ ਤੇ ਜਿੱਥੇ ਵੀ ਆਪਾਂ ਇਹਨੂੰ ਪਲੇਟ ਦੇ ਵਿੱਚ ਲਗਾਣਾ ਉੱਥੇ ਆਪਾਂ ਇਹਨੂੰ ਫਿੱਟ ਕਰਤਾ ਤੇ ਉੱਪਰੋਂ ਆਪਾਂ ਇਗਨੀਟਰ ਇਲੈਕਟ੍ਰੋਡ ਦੇ ਨਾਲ ਸਪਾਰਕ ਦੇ ਕੇ ਚਾਰਜ ਨੂੰ ਐਕਸਪਲੋਡ ਕਰ ਦਿੰਦੇ ਆ, ਜਿਹਦੇ ਨਾਲ ਕੀ ਹੈ ਰਿਵੇਟ ਕੀ ਹੈ एक्सपैंड कर जाती है, कैविटी ਉਹਦੀ एक्सपैंड कर जाती है ਤੇ ਉਹ ਬਿਲਕੁਲ ਫਿੱਟ ਹੋ ਜਾਂਦੀ ਹੈ। ठीक है, ਆ ਦੇਖੋ ਹੁਣ ਪਹਿਲਾਂ ਕੀ ਆਪਾਂ ਇਹਨੂੰ ਰਿਵੇਟ ਨੂੰ ਕੱਢ ਸਕਦੇ ਸੀ, ਜਦੋਂ ਉਹ ਚਾਰਜ ਤੋਂ ਬਾਅਦ ਐਕਸਪਲੋਡ ਹੋ ਗਈ ਤਾਂ ਕੈਵਿਟੀ ਉਹਦੀ ਐਕਸਪੈਂਡ ਕਰ ਗਈ, ਐਕਸਪੈਂਡ ਕਰਨ ਤੋਂ ਬਾਅਦ ਇਹਨੂੰ ਖੋਲਣਾ ਬਹੁਤ ਮੁਸ਼ਕਿਲ ਹੋ ਜਾਊਗਾ, ਆਪਾਂ ਡਿਸਟਰੋਏ ਕਰਕੇ ਹੀ ਖੋਲ ਸਕਦੇ ਹਾਂ, ਵਿਦਾਊਟ ਡਿਸਟਰੋਇੰਗ ਆਪਾਂ ਇਹਨਾਂ ਨੂੰ ਖੋਲ ਨਹੀਂ ਸਕਦੇ। ਤੇ ਇਹਦੇ ਲਈ ਜੋ ਟੈਂਪਰੇਚਰ ਚਾਹੀਦਾ ਉਹ 130 ਡਿਗਰੀ ਸੈਂਟੀਗ੍ਰੇਡ ਚਾਹੀਦਾ। ठीक है, ਤਾਂ ਕੀ ਹੈ ਜਿਹੜੀ ਚੰਗੀ ਤਰ੍ਹਾਂ ਐਕਸਪੈਂਡ ਹੋ ਜੇ ਤੇ ਉਹ ਆਪਣੀ ਗ੍ਰਿਪ ਪਲੇਟਸ ਦੇ ਵਿੱਚ ਬਣਾ ਸਕੇ। ਠੀਕ ਹੈ, ਉਹ ਤੋਂ ਬਾਅਦ ਕੀ ਹੈ ਸਿਲੰਡਰੀਕਲ, these are the most common used rivets in machines and as well as structural work। it had head, ਇਹਦੇ ਕੀ ਹੈ ਇੱਕ ਸਾਈਡ ਤੇ ਹੈਡ ਹੁੰਦਾ, ਦੂਜੀ ਸਾਈਡ ਆਪਾਂ ਉਹਦੇ ਵਿੱਚ ਇਨਸਰਟ ਕਰ ਦਿੰਦੇ ਆ ਹੋਲ ਦੇ ਵਿੱਚ ਤੇ ਬਾਅਦ ਦੇ ਵਿੱਚ ਉਧਰ ਵੀ ਹੈਡ ਬਣਾ ਦਿੰਦੇ ਆ, ਉਹਨੂੰ ਆਪਾਂ ਸਿਲੰਡਰੀਕਲ ਰਿਵੇਟਸ ਕਹਿ ਦਿੰਦੇ ਆ। ਠੀਕ ਹੈ, ਤੇ ਉਸ ਤੋਂ ਬਾਅਦ ਹੌਲੋ ਰਿਵੇਟਸ, these are made of soft material such as copper, brass, aluminum and most of the alloys and mostly used in instruments and operators to join pieces made of soft material like plastic ਚ use ਹੁੰਦੀ ਹੈ। ਠੀਕ ਹੈ, ਆਪਾਂ ਪਲਾਸਟਿਕ ਦੀਆਂ ਵੀ ਛੋਟੀਆਂ ਛੋਟੀਆਂ ਦੇਖੀਆਂ ਹੋਣਗੀਆਂ, ਟੈਕਸਟਾਈਲਸ, ਲੈਦਰਸ, ਕਾਰਡਬੋਰਡਸ ਦੇ ਉਹ ਮਿਲਦੇ ਆ ਨਾ ਨੋਟਿਸ ਬੋਰਡ ਤੇ ਲਗਾਉਣ ਨੂੰ, ਉਹ ਵੀ ਇੱਕ ਤਰ੍ਹਾਂ ਦੀ ਪਿੰਸ ਵਗੈਰਾ ਦੀਆਂ ਰਿਵਟਸ ਹੀ ਹੁੰਦੀਆਂ ਕਿਉਂਕਿ ਹੈਡ ਹੁੰਦਾ ਉਹਦੇ ਅੱਗੇ। ਠੀਕ ਹੈ, ਨੈਕਸਟ ਅੱਗੇ ਆ ਗਏ ਇਹਦੇ ਰਿਵਟ ਨੂੰ ਟੈਸਟ ਕਿਵੇਂ ਕੀਤਾ ਜਾਂਦਾ। ਪਹਿਲਾ ਟੈਸਟ ਹੈਗਾ ਜੀ ਬੈਂਡਿੰਗ ਟੈਸਟ, ਦੂਜਾ ਹੈਗਾ ਫਲੈਟਨਿੰਗ ਟੈਸਟ। ਬੈਂਡਿੰਗ ਟੈਸਟ, ਬੈਂਡ ਟੈਸਟ ਦੇ ਵਿੱਚ ਕੀ ਹੁੰਦਾ, ਜਿਹੜਾ ਸ਼ੈਂਕ ਵਾਲਾ ਜਿਵੇਂ ਆ ਹੈਡ ਹੋ ਗਏ, ਠੀਕ ਹੈ ਜੀ, ਆ ਸ਼ੈਂਕ ਹੋ ਗਈ ਤੇ ਆ ਹੋ ਗਈ ਇਹਦੀ ਟੇਲ, ਆਪਾਂ ਇਧਰੋਂ ਇਹਨੂੰ ਇੰਨਾ ਹੈਮਰ ਕਰੀਦਾ, ਇੰਨਾ ਇਧਰਲੀ ਸਾਈਡ ਤੋਂ ਆਪਾਂ ਇਹਨੂੰ ਕੀ ਕਰਨਾ ਹੈਮਰਿੰਗ ਕਰਨੀ ਹੈ। ਹੈਮਰਿੰਗ ਕਰਦੇ ਕਰਦੇ ਆਪਾਂ ਜਿਹੜੀ ਆ ਪੂਰੀ ਸਾਈਡ ਆ ਪੂਰੇ ਇੱਥੇ ਜੋ ਇਹਦਾ ਹੈਡ ਆ ਉਹਦੇ ਨਾਲ ਟੱਚ ਕਰਵਾਉਣੀ ਹੈ ਤੇ ਉਹ ਜੇ ਵਿਦਾਊਟ ਸ਼ੋ ਐਨੀ ਫ੍ਰੈਕਚਰ, ਜੇ ਉਹਦੇ ਵਿੱਚ ਫ੍ਰੈਕਚਰ ਨਾ ਹੋਵੇ ਤਾਂ ਉਹ ਕੀ ਹੈ ਬੈਂਡ ਟੈਸਟ ਕਲੀਅਰ ਕਰ ਜਾਂਦੀ ਹੈ। ठीक है, ਉਹਨੂੰ ਕੋਲਡ ਹੈਮਰ ਕਰਨੀ ਹੈ, ਹੌਟ ਹੈਮਰ ਨਹੀਂ ਕਰਨੀ, ਹੌਟ ਹੈਮਰਿੰਗ ਨਹੀਂ ਕਰਨੀ, ਇਹ ਕੋਲਡ ਕਰਨੀ ਹੈ। ਠੀਕ ਹੈ, ਹੌਟ 'ਚ ਕੀ ਹੁੰਦਾ ਆਪਾਂ ਉਹਨੂੰ ਰੀਕ੍ਰਿਸਟਲਾਈਜੇਸ਼ਨ ਟੈਂਪਰੇਚਰ ਤੇ ਜਾ ਕੇ ਰੀਕ੍ਰਿਸਟਲਾਈਜੇਸ਼ਨ ਟੈਂਪਰੇਚਰ ਤੋਂ ਉੱਪਰ ਜਾ ਕੇ ਹੌਟ ਕਰਕੇ ਫਿਰ ਉਹਦੀ ਹੈਮਰਿੰਗ ਕਰਦੇ ਹਾਂ, ਪਰ ਕੋਲਡ 'ਚ ਕੀ ਹੈ ਆਪਾਂ ਵਿਦਾਊਟ ਰੀਕ੍ਰਿਸਟਲਾਈਜੇਸ਼ਨ ਟੈਂਪਰੇਚਰ ਤੇ ਲਿਆ ਕੇ ਮਟੀਰੀਅਲ ਨੂੰ ਤਾਂ ਆਪਾਂ ਉਹਦੀ ਹੈਮਰਿੰਗ ਕਰਦੇ ਹਾਂ। ਠੀਕ ਹੈ, ਤਾਂ ਜਿਹੜੀ ਸਾਈਡ ਟੱਚਿਸ ਦੀ ਸ਼ੈਂਕ, ਮਤਲਬ ਆ ਸ਼ੈਂਕ ਨੂੰ ਟੱਚ ਕਰਦੇ। ਠੀਕ ਹੈ, ਉਹ ਤੋਂ ਬਾਅਦ ਫਲੈਟਨਿੰਗ ਟੈਸਟ, ਦ ਰਿਵਟ ਇਜ਼ ਹੈਮਰਡ ਟਿਲ ਫਲੈਟ, ਉਹਨੂੰ ਇੰਨਾ ਕੁ ਹੈਮਰ ਕਰੀਦਾ ਕਿ ਉਹ ਬਿਲਕੁਲ ਇੱਕ ਤਰ੍ਹਾਂ ਫਲੈਟ ਹੋ ਜੇ। ਜੇ ਉਹਦਾ ਡਾਇਆ ਹੈਗਾ ਰਿਵਟ ਦਾ ਹੈਡ ਜਿਵੇਂ ਇਟ ਸ਼ੁਡ ਸਪਰੈਡ ਅੰਟਿਲ ਦੀ ਡਾਇਆ 2.5 ਟਾਈਮਸ ਦੀ ਡਾਇਆ ਆਫ ਸ਼ੈਂਕ, ਮਤਲਬ ਜਿਹੜਾ ਸ਼ੈਂਕ ਦਾ ਡਾਇਆ, ਜਿਵੇਂ ਸ਼ੈਂਕ ਦਾ ਡਾਇਆ ਆਪਣੇ ਕੋਲ 10 ਹੈ, ਠੀਕ ਹੈ, ਤੇ ਉਹਨੂੰ ਇੰਨਾ ਕੁ ਹੈਮਰ ਕਰੋ ਕਿ 10 × 2.5 ਮਤਲਬ ਕੀ ਹੋ ਗਿਆ
25 डाया बन जाए, ठीक है, 25 डाया बन जाए विदाउट शो एनी क्रैक एट दी एजिस, मतलब ਜਿਹੜੇ ਇੱਥੇ ਕੀ ਆ एजिस ਜਿੱਥੇ ਵੀ ਆਪਣੇ ਆਹ एजिस ने ਇਹਨਾਂ ਦੇ ਵਿੱਚ क्रैक ना शो ਹੋਣ, ठीक है, ਇਹਨੂੰ ਆਪਾਂ फ्लैपनिंग टेस्ट ਕਹਿੰਦੇ हैं। ਨੈਕਸਟ ਆ ਗਿਆ ਜੀ ਆਪਣੇ ਕੋਲ ਕਲਾਕਿੰਗ ਤੇ ਫੁਲਰਿੰਗ। ਇਹਦੇ ਵਿੱਚ ਦੇਖੋ ਕਲਾਕਿੰਗ ਇਹ ਕੀ ਹੈ, ਇੱਕ ਰਿਵਟਸ ਨੂੰ मतलब लीक प्रूफ जॉइंट बनाने ਲਈ ਆਪਾਂ ਇਹ प्रोसैस यूज करते हैं, ठीक है। देखो आ फुलरिंग ਦੇ ਵਿੱਚ ਕੀ ਹੈ, ਜਿੰਨੀ ਇਹ ਪਲੇਟ ਦੀ थिकनेस है, ਜਿਹੜੀ ਆ थिकनेस ਇਹਦੀ टी है, ਤਾਂ टूल ਦੀ भी थिकनेस टी होनी चाहिए है, ठीक है। जिन्नी आ प्लेट की थिकनेस है उन्नी ही टी टूल की भी थिकनेस होनी चाहिए है। ये की होंगे आप जो आ टूल में लैके हैमर करते हैं तो इतने जोड़े लीक थोड़ी बहुत जगह होंगी है वो की है बिल्कुल बंद हो जाती है, तो लीक प्रूफ जॉइंट बनता है, ठीक है। ये पेपर के बहुत इंपॉर्टेंट है, तो हर साल 5 या 5 नंबर के आता ही आता है, दोनों की डेफिनेशन आती होती है, ठीक है। नैक्सट आप एक बार डेफिनेशन पढ़ लें की हुंदा क्लॉकिंग। The process of burring down the edges of plates and exposed portion of the rivet heads to prevent leakage of steam or liquid is called clamping. It is done by the tool which is blunt and chisel shaped called clamping tool. It is 40 mm in width. It is generally hammered by hand or by compressed air, ठीक है। देखो आ जड़ी जिमें ਇਹਦੇ ਵਿੱਚੋਂ आ एजिस वगैरह बाहर निकले हुए ने, आ एजिस वगैरह रिवट ਦੇ ਬਾਹਰ ਨਿਕਲੇ ਹੋਏ ਆ, ਇਹਨੂੰ ਅੰਦਰ ਨੂੰ ਕਰਨਾ ਤਾਂ ਆਪਾਂ ਕਲਾਕਿੰਗ ਟੂਲ ਯੂਜ਼ ਕਰਦੇ ਹਾਂ। ਜੇ ਆਪਾਂ ਪਲੇਟਸ ਦੇ ਐजिस ਨੂੰ ਅੰਦਰ ਕਰਨਾ ਤਾਂ ਆਪਾਂ ਫਿਲਟਰਿੰਗ ਟੂਲ ਯੂਜ਼ ਕਰਦੇ ਹਾਂ, ਠੀਕ ਹੈ। ਦੋਨਾਂ ਦੇ ਵਿੱਚ ਫਰਕ ਇਹੀ ਹੈ ਕਿ ਜਿਹੜੀ ਪਲੇਟ ਦੀ ਥਿਕਨੈਸ ਹੋਊਗੀ ਉਹੀ ਟੂਲ ਦੀ ਥਿਕਨੈਸ ਹੋਊਗੀ। ਇਹਦੇ ਵਿੱਚ ਕਲਾਕਿੰਗ ਦੇ ਵਿੱਚ ਕੀ ਹੈ, ਆਪਾਂ ਜਸਟ ਜਿਹੜਾ ਇੱਕ ਇਟ ਇਜ਼ ਅ ਬਲੰਟ ਟਾਈਪ ਟੂਲ which is looked like a chisel, chisel मतलब छैनी ਉਹਦੇ ਵਰਗਾ ਲੱਗਦਾ ਹੁੰਦਾ ਤੇ ਠੀਕ ਹੈ। ਤੇ ਉਸ ਤੋਂ ਬਾਅਦ fulling the process of burring down the whole edges of the plate to prevent leakage of steam or liquid is called fulling. It is similar to the clocking tool, better method to make leak proof joint, मतलब ਜਿਹੜੀ clocking ਤੋਂ क्लॉकिंग की है एक रिवर्स से यूज होती है, फुलरिंग की है एक अपनी प्लेट्स से यूज होती है। द थिकनेस ऑफ टूल इज ऑलवेज इक्वल टू द प्लेट थिकनेस एंड डन बाय हैमरिंग। इट गिव्स क्लीन फिनिश विद लेस रिस्क टू डैमेज ऑफ प्लेट्स, ठीक है। नेक्स्ट अपने को आ गया हाउ टू डेजिग्नेशन, मतलब डिस्टिंग्विश किवें कीता जांदा एक बोल्ट ते एक रिवट दे विच। जे तां आपां बोल्ट रिवट की गल करिए तो आप करेंगे 12 डाया इंटू 50, मतलब की है हैड डाया 12 एंड 50 शैंक लेंथ। ये आप एम यूज़ करते हैं, ये आप डाया यूज़ करते हैं, ठीक है। आ 5 मीनस डायामीटर, मतलब डायामीटर होंगे इसका मतलब, ठीक है। it starts with the prefix m and it starts with the phi that is dia, ठीक है। यही ਇਹਦੇ ਵਿੱਚ ਆਪਾਂ ਇੱਕ ਰਿਵਟ ਤੇ ਇੱਕ ਬੋਲਟ ਨੂੰ ਡਿਸਟਿੰਗੁਇਸ਼ ਕਰ ਸਕਦੇ ਹਾਂ। ਨੈਕਸਟ ਆ ਗਿਆ ਆਪਣਾ ਰਿਵਟਸ। ਹੁਣ ਆਪਣਾ ਜਿਹੜਾ ਪ੍ਰੋਪਰ ਇਥੋਂ ਰਿਵਟਸ ਜੁਆਇੰਟਸ ਸਟਾਰਟ ਹੁੰਦੀ ਹੈ। ਰਿਵਟ ਕੀ ਹੈ, ਇਟ ਇਜ਼ ਅ ਸਾਊਂਡ ਰਾਉਂਡ ਰੋਡ ਆਫ ਸਰਕੂਲਰ ਕ੍ਰੋਸ ਸੈਕਸ਼ਨ। It consists of 3 parts: head, shank and tail, and it is in ductile material, ठीक है। डक्टाइल मटीरियल की बनी होती है, ठीक है। तो उस तो बाद डक्टाइल मटीरियल की बनी होती है, तो ये हैड है, हैड है अपना, अपनी शैंक है, ये टेल नहीं दी हुई। टेल मैं थोड़ा दिखा देना। टेल वैसे वो इस तरह की रिवट्स होंगी है, थल्यों थोड़ी जी टेपर ते जी आप टेपर पोर्शन उन्होंने आप टेल कह दें। आ शैंक ते आ हो गया अपना हैड, ठीक है।
एक साइड ਤੇ ਆਪਾਂ ਹੈਡ ਹੁੰਦਾ ਪੂਰਾ ਤੇ ਉਹਨੂੰ ਆਪਾਂ ਪਲੇਟਸ ਦੇ ਵਿੱਚ ਇਨਸਰਟ ਕਰ ਦਿੰਦੇ ਆ ਤੇ ਦੂਜੀ ਸਾਈਡ ਤੋਂ ਆਪਾਂ ਇਹਨੂੰ ਡਾਈ ਦੇ ਨਾਲ ਜਿਵੇਂ ਆ ਡਾਈ ਰੱਖੀ ਹੋਈ ਆ ਉੱਪਰੋਂ ਜਾਂ ਤਾਂ ਕੰਪਰੈਸਡ 에ਅਰ ਨਾਲ ਵਿਦ ਦਾ ਹੈਲਪ ਆਫ ਹੈਮਰਿੰਗ ਜਾਂ ਕੰਪਰੈਸਡ 에ਅਰ ਨਾਲ ਆਪਾਂ ਉਹਦਾ ਦੂਸਰਾ ਹੈਡ ਵੀ ਬਣਾ ਦਿੰਦੇ ਆ ਤਾਂ ਉਹ ਕੀ ਹੈ ਇੱਕ ਪਰਮਾਨੈਂਟ ਜੁਆਇੰਟ ਬਣ ਜਾਂਦਾ ਜੇ ਆਪਾਂ ਇਹਨੂੰ ਖੋਲ੍ਹਣਾ ਹੋਵੇ ਜਾਂ ਤਾਂ ਆਪਾਂ ਨੂੰ ਹੈਡ ਡਿਸਟਰੋਏ ਕਰਨਾ ਪੈਂਦਾ ਵਾ ਜਾਂ ਪਲੇਟਸ ਹੀ ਡਿਸਟਰੋਏ ਹੋ ਜਾਂਦੀਆਂ ਨੇ ਠੀਕ ਹੈ ਜੀ ਆ ਦੇਖੋ ਆ ਤੁਹਾਨੂੰ ਦਿਖਾਇਆ ਹੋਇਆ ਇਹਦੇ ਵਿੱਚ ਆ ਹੈਡ ਹੋ ਗਿਆ ਆ ਸ਼ੈਂਕ ਤੇ ਆ ਆਪਣਾ ਤੇ ਜੋ ਵੀ ਰਿਵਟ ਦਾ ਡਾਇਆ ਹੋਊਗਾ ਜੋ ਸ਼ੈਂਕ ਦਾ ਡਾਇਆ ਹੋਊਗਾ ਉਹਦੇ ਤੋਂ ਹੀ ਆਪਾਂ ਹੈਡ ਦਾ ਡਾਇਆ ਕੱਢਾਂਗੇ ਉਹ ਤੋਂ ਹੀ ਆਪਾਂ ਟੇਲ ਕੱਢ ਸਕਦੇ ਹਾਂ ਠੀਕ ਹੈ ਆਪਾਂ ਨੂੰ ਜਿਹੜਾ ਰਿਵਟ ਜੁਆਇੰਟਸ ਦੇ ਵਿੱਚ ਕੀ ਹੁੰਦਾ ਜਿਵੇਂ ਆਪਾਂ ਫਲੈਂਜ ਕਪਲਿੰਗ ਤੇ ਸ਼ਾਫਟ ਕਪਲਿੰਗ 'ਚ ਗੱਲ ਕੀਤੀ ਸੀ ਤਾਂ ਉੱਥੇ ਕੀ ਸੀਗਾ ਮੇਨ ਸ਼ਾਫਟ ਡਾਇਆ ਸੀ ਸ਼ਾਫਟ ਡਾਇਆ ਤੋਂ ਹੀ ਆਪਾਂ ਸਾਰੇ ਹੋਰ ਡਾਏ ਕੈਲਕੂਲੇਸ਼ਨਸ ਕਰਕੇ ਆਪਾਂ ਫਲੈਂਜ ਵਗੈਰਾ ਨੂੰ ਮਤਲਬ ਡਰਾਇੰਗ ਬਣਾਉਂਦੇ ਸੀ ਹੁਣ ਇਹਦੇ ਵਿੱਚ ਕੀ ਆ ਆਪਾਂ ਰਿਵਟ ਆਇਆ ਵਾ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਜਿਹੜੀ ਤੁਹਾਡੀ ਡਰਾਇੰਗ ਆ ਉਹ ਸਾਰੀ ਫਾਰਮੂਲਾ ਬੇਸਡ ਡਰਾਇੰਗ ਹੈ ਤੇ ਤੁਹਾਨੂੰ ਫਾਰਮੂਲੇ ਯਾਦ ਕਰਨੇ ਹੀ ਪੈਣੇ ਨੇ ਰਿਵਟਿੰਗ ਉਹ ਤੋਂ ਬਾਅਦ ਰਿਵਟਿੰਗ ਪ੍ਰੋਸੈਸ ਕੀ ਹੈ ਇਟ ਇਜ਼ ਅ ਫਾਰਮਿੰਗ ਆਫ ਅ ਰਿਵਟਡ ਜੁਆਇੰਟ ਮਤਲਬ ਰਿਵਟਿੰਗ ਪ੍ਰੋਸੈਸ ਕੀ ਹੈ ਇੱਕ ਰਿਵਟਡ ਜੁਆਇੰਟ ਨੂੰ ਬਣਾਉਣਾ ਠੀਕ ਹੈ for this a rivet is first placed in the hole drilled through the two parts ਪਹਿਲਾਂ ਕੀ ਆਪਾਂ ਕਰ ਲੈਂਦੇ ਆ ਦੋ ਪਲੇਟਸ ਦੇ ਵਿੱਚੋਂ ਆਪਾਂ ਡਰਿਲ ਕਰ ਲੈਂਦੇ ਆ ਥੋੜਾ ਜਿਹਾ ਜਿਹੜਾ ਡਰਿਲ ਆ ਆਪਾਂ ਵੱਡਾ ਕਰ ਲੈਂਦੇ ਆ ਕਿਉਂਕਿ ਉਹਦੇ ਵਿੱਚੋਂ ਆਪਾਂ ਰਿਵਟ ਜਿਹੜੀ ਆਪਣੀ ਬਾਡੀ ਤੇ ਟੇਲ ਹੈ ਉਹ ਨਿਕਲ ਜਾਂਦੀ ਹੈ ਤੇ ਹੈਡ ਕੀ ਹੈ ਇੱਥੇ ਆਪਣੇ ਆਪ ਨੂੰ ਮਤਲਬ ਬਿਲਕੁਲ ਰੱਖ ਲੈਂਦਾ ਠੀਕ ਹੈ then the shank end is made into rivet head by applying pressure ਆਪਾਂ ਕੀ ਆ ਫਾਰਮਿੰਗ ਡਾਈ ਹੈ ਜਿਹੇ ਜੀ ਆ ਡਾਈ ਦੀ ਸ਼ੇਪ ਆ ਉਹੀ ਜੀ ਇਹ ਰਿਵਟ ਸ਼ੇਪ ਲੈ ਲੂਗੀ ਠੀਕ ਹੈ ਆ ਆਪਾਂ ਥੋੜੀ ਜੀ ਇਹਦੇ ਵਿੱਚ ਕਲੀਅਰੈਂਸ ਰੱਖੀ ਹੋਈ ਹੈ ਆ ਦੋ ਪਲੇਟਸ ਆ ਬੈਕਅਪ ਡਾਈ ਇੱਥੋਂ ਵੀ ਇੱਕ ਆਪਾਂ ਡਾਈ ਪਿੱਛੋਂ ਇੱਕ ਡਾਈ ਲਗਾ ਦਿੰਦੇ ਆ ਇੱਕ ਉੱਪਰੋਂ ਫਾਰਮਿੰਗ ਡਾਈ ਆ ਜਾਂਦੀ ਹੈ ਕਿ ਉਹ ਪਿੱਛੇ ਨੂੰ ਨਿਕਲ ਨਾ ਜਾਵੇ ਠੀਕ ਹੈ ਆਪਾਂ ਦੋਨਾਂ ਨੂੰ ਫੜ ਕੇ ਚੰਗੀ ਤਰ੍ਹਾਂ ਉੱਪਰ ਹੈਮਰ ਕਰਕੇ ਇੱਥੇ ਕੀ ਹੈ ਹੈਡ ਬਣ ਜਾਂਦਾ ਤਾਂ ਉਹ ਪੂਰਾ ਰਿਵਟਡ ਜੁਆਇੰਟ ਹੋ ਜਾਂਦਾ ਠੀਕ ਹੈ ਬਾय ਅਪਲਾਈਂਗ ਪ੍ਰੈਸ਼ਰ ਈਦਰ ਇਨ ਕੋਲਡ ਔਰ ਹੌਟ ਪੋਜੀਸ਼ਨ ਮਤਲਬ ਜਾਂ ਤਾਂ ਉਹਨੂੰ ਕੋਲਡ ਕਰਕੇ ਆਪਾਂ ਪ੍ਰੈਸ਼ਰ ਅਪਲਾਈ ਕੋਲਡ ਹੈਮਰਿੰਗ ਕਰ ਸਕਦੇ ਹਾਂ ਜਾਂ ਆਪਾਂ ਹੌਟ ਹੈਮਰਿੰਗ ਕਰ ਸਕਦੇ ਹਾਂ ਠੀਕ ਹੈ ਉਹ ਤੋਂ ਬਾਅਦ ਡੈਜ਼ਿਗਨੇਸ਼ਨ ਆਫ ਰਿਵਟਸ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਆਪਾਂ ਨਟ ਬੋਲਟ ਤੇ ਇੱਕ ਰਿਵਟ ਦੇ ਵਿੱਚ ਕਿਵੇਂ ਡਿਸਟਿੰਗੁਇਸ਼ ਕਰ ਸਕਦੇ ਹਾਂ ਬੋਲਟ ਦੇ ਵਿੱਚ M12 ਮੇਜਰ ਡਾਇਆ ਇੰਟੂ 50 ਇਹਦੇ ਵਿੱਚ ਕੀ ਆ ਡਾਇਆ ਆਫ ਸ਼ੈਂਕ ਇੰਟੂ 50 ਠੀਕ ਹੈ ਇਹ ਮਤਲਬ ਇਹਦੀ ਜਿਹੜੀ ਹੈਗੀ ਆ ਡੈਜ਼ਿਗਨੇਸ਼ਨ ਹੈ ਰਿਵਟਸ ਦੀ ਉਹ ਤੋਂ ਬਾਅਦ ਆ ਗਈਆਂ ਡਿਫਰੈਂਟ ਟਾਈਪਸ ਆਫ ਹੈਡਸ ਮਤਲਬ ਡਿਫਰੈਂਟ ਟਾਈਪਸ ਆਫ ਹੈਡਸ ਕਿਹੜੇ ਹੈ ਜਿਹੜੇ used in works and boiler construction as recommended by the BIS that is Bureau of Indian Standards ठीक है Bureau of Indian Standards the standard proportions are also indicated number one is the snap head pan head with tapered neck flat countersunk round countersunk head ठीक है जी फ्लैट काउंटर संक हेड एंड कोनिकल और डोम आप इधर पूरी ਇਹਦੀ ਡਾਇਗਰਾਮਸ ਵਗੈਰਾ ਦੇਖ ਲੈਣੇ ਆ ਨਾਲ ਤੇ ਆ ਦੇਖੋ ਆ ਸਨੈਪ ਹੈਡ ਹੈ ਠੀਕ ਹੈ ਇਹਦੇ ਵਿੱਚ ਕੀ ਹੈ ਆ ਡਾਇਆ ਦਿੱਤਾ ਹੋਇਆ ਮੈਂ ਤੁਹਾਨੂੰ ਕਿਹਾ ਕਿ ਜਿੰਨਾ ਵੀ ਸਾਰਾ ਕੰਸਟਰਕਸ਼ਨ ਇਹਦੀ ਡਿਪੈਂਡ ਕਰਨੀ ਆ ਉਹ ਕਿਤੇ ਕਰਨੀ ਆ ਡਾਇਆ ਆਫ ਰਿਵਟ ਤੇ ਹੀ ਡਿਪੈਂਡ ਕਰਨੀ ਆ ਡਾਇਆ ਆਫ ਰਿਵਟਸ ਠੀਕ ਹੈ ਜਿਵੇਂ ਆ ਡਾਇਆ ਦਿੱਤਾ ਤਾਂ ਆਪਾਂ ਹੈਡ ਦੀ ਜਿਹੜੀ ਡਾਇਆ ਲੈਣਾ ਉਹ ਕਿੰਨਾ ਲੈਣਾ 1.6D ਮਤਲਬ ਜਿਹੜਾ ਸ਼ੈਂਕ ਦਾ ਡਾਇਆ ਉਹਨੂੰ 1.6D ਨਾਲ ਮਲਟੀਪਲਾਈ ਕਰਕੇ ਆਪਣੇ ਕੋਲ ਹੈਡ ਦਾ ਡਾਇਆ ਆ ਜਾਊਗਾ ਆਪਾਂ ਹਾਈਟ ਕਿੰਨੀ ਲੈਣੀ ਹੈ ਹੈਡ ਦੀ ਉਹ 0.7D ਜੇ ਆਪਾਂ 10 ਲੈ ਰਹੇ ਹਾਂ ਤਾਂ ਹੈਡ ਦੀ ਹਾਈਟ ਕਿੰਨੀ ਆ ਜੂਗੀ ਹੈਡ ਦੀ ਹਾਈਟ ਆ ਜੂਗੀ 7 ਠੀਕ ਹੈ ਇਹ 7 ਆ ਗਈ
ਹੁਣ ਜੇ ਆਪਾਂ 10 ਆ ਲੈ ਰਹੇ ਹਾਂ ਤਾਂ 1.6 डी इंटू 10 ठीक है आ 10 ਨਾਲ ਆਪਣਾ 10 ਨਾਲ 10 ਕੈਂਸਲ ਤਾਂ ਇਹ ਕਿੰਨੀ ਆ ਗਈ 16 ਆ ਗਈ ਠੀਕ ਹੈ। ਇਸ ਤਰ੍ਹਾਂ ਤੁਸੀਂ ਇਹ ਕੈਲਕੂਲੇਟ ਕਰ ਸਕਦੇ ਹੋ। ਇਸੇ ਤਰ੍ਹਾਂ ਹੀ ਇਹ ਸਾਰੇ ਬਾਕੀ ਹੋਰ ਸਾਰਿਆਂ ਦੇ ਦਿੱਤੇ ਹੋਏ ਨੇ। ਫॉर एग्जांपल ਪੈਨ ਹੈਡ ਕੀ ਹੈ ਆ ਟੇਪਰ ਟਾਈਪ मतलब एक पासे की है डाया ਉਹਦਾ ਛੋਟਾ है ਤੇ एक पासे की है ਜਿਹੜੀ ਉਹਦੀ ਡਾਇਆ ਵਾ ਉਹ ਵੱਡਾ ਵਾ ਬਾਕੀ ਜਿਹੜੀ ਲੈਂਥ ਆ ਉਹ ਸੇਮ ਹੀ ਹੈ 0.7 डी ਹੀ ਹੈ ਠੀਕ ਹੈ। ਆ 1.6 डी ਇਹਦੀ ਵੀ ਸੇਮ ਹੀ ਹੈ ਜਸਟ डिफरेंस ਕੀ ਹੈ ਉਹ ਰਾउंड इन नेचर है ਇਹ ਕੀ ਹੈ फ्लैट इन नेचर। ਉਹ ਤੋਂ ਬਾਅਦ ਕਾउंटर ਪੈਨ ਹੈਡ विद ਟੇਪਰ ਨੈਕ विद ਟੇਪਰ ਨੈਕ मीनस ਆ ਜਿਹੜੀ ਨੈਕ ਆ ਇੱਥੋਂ ਕੀ ਹੈ ਇਹ ਟੇਪਰ ਹੋਈ ਹੋਈ ਹੈ ठीक है। टेपर की होंगी है इस तरह होंगी है ना टेपर ठीक है। उस तरह की है आ नैक इतों आ टेपर हुई हुई है आ बाकी ये तो बाद शैंक डाया आ गया बाकी आ जड़ी टेपर की हुई है वो कितने डिग्री ते की हुई है 15 डिग्री ते की हुई है ठीक है। आप इतों रेडियस आर मीनस रेडियस ठीक है जी। आ जी टेपर की लेंथ कितनी है 0.5 डी ठीक है। आ कितना वा आर जे रेडियस कढ़ना हो तो 0.63 डी है जी ते आ उपरला की है डी है विच इज इक्वल टू दी शैंक डाया ठीक है। नेक्स्ट आप चलिए फ्लैट काउंटर संक मीन्स आ बिल्कुल फ्लैट है उपरों ते नाल थोड़ी जी काउंटर संक किया होया जिवें आपां काउंटर संक बोरिंग भी होल भी करते हैं ठीक है जी। तो आ की है 60 डिग्री 30 डिग्री इधर नूं 30 डिग्री इधर ठीक है। उस तो बाद राउंड दे विच की आ जाऊगा उपर का पूरा राउंड आ जाऊगा ठीक है। तो यदी जड़ी हैगी आ 1.5 डी है उपर 1.5 डी आओ ठीक है 1.5 डी ठीक है। बाकी तुम यहाँ देख लो नहीं तो अगली वीडियो बहुत वड्डी बन जानी है। तो यार 2D यदा डबल हो जाऊगा फ्लैट काउंटर संक जे 90 डिग्री से हो बिल्कुल 90 डिग्री से है जी परपेंडिकुलर है 90 डिग्री ठीक है। तो की है यदा डाया शाफ्ट शैंक के डाए नालों डबल होगा ठीक है। नैक्सट आ गया अपने को ਜਿਹੜੇ ਆਪਾਂ यूज़ करते हैं इंपॉर्टेंट टर्म्स यूज इन रिवेटेड जॉइंट्स फॉर एग्जांपल जिवें ਆਪਾਂ पिच यूज़ की है पिच की होंगी है दो रिवेट्स ਦੇ ਵਿੱਚ ਜਿਹੜਾ डिस्टेंस ਹੁੰਦਾ ਉਹਨੂੰ ਆਪਾਂ पिच कह ਦਿੰਦੇ हैं ठीक है। सेंटर टू सेंटर ਜਿਹੜੇ दो रिवेट्स ਦੇ ਵਿੱਚ ਜਿਹੜਾ डिस्टेंस ਹੋਊਗਾ ਉਹਨੂੰ ਆਪਾਂ ਕੀ ਕਹਾਂਗੇ पिच ਕਹਾਂਗੇ आ पिच होंगी है ठीक है। जे आप रिवेट्स एक लाइन दे विच है तो जिहड़ा उन्हां दा सेंटर डिस्टेंस हुंदा वा रिवेट्स दा उहनूं आपां पिच कहने हैं। तो पिच कितनी होनी चाहिए है ये 3D होनी चाहिए है। जे अपने को शैंक डाया 10 है तो ये मतलब पिच की होवे 30 होवे 3D ठीक है डाया ऑफ दी रिवेट्स। उस तो बाद रो पिच किनू कहने हैं हाँ जी रो पिच हैगा द डिस्टेंस बिटवीन टू एडजेसेंट रोज ऑफ दी मतलब दो जड़ियां रोज दे विच जड़ी होगी डिस्टेंस मतलब जे इधर एक लाइन इधर पिच रिवर्स दी जा रही है तो इनू आपां आ रो पिच कहांगे। तो रो पिच कितनी हुंदी है फॉर जिगजैग फॉर चेन जिवें आ चेन टाइप है ये होगी 0.8 पी पिच जी पिच की जिमें पिच आई 30 तो इनू 0.8 मल्टीप्लाई बाय 30 नाल मल्टीप्लाई कर देंगे तो अपने को रो पिच आ जाऊगी ये दोनों के डिस्टेंस। जे आप फॉर जिगजैग आप कि यूज़ करते हैं 0.6 एंड फॉर मतलब चेन ली तो वो यूज़ करते हैं आप 0.8। नैक्सट आ गई डायगनल पिच आ होंगी है डायगनल पिच ठीक है जी। आ डायगनल पिच मतलब डायगनली जी हो ठीक है। तो ये डायगनल पिच
It is the transverse measurement between two on the same plate। ठीक है, ਇਹ diagonal pitch ਆਪਾਂ ਇਹਨੂੰ ਕਹਿ ਦਿੰਦੇ ਹਾਂ। ठीक है, ਉਸ ਤੋਂ ਬਾਅਦ ਆ ਗਿਆ ਆਪਣਾ ਮਾਰਜਨ ਕਿ ਆਪਾਂ ਪਲੇਟ ਤੇ ਰਿਵਟ ਦੇ ਵਿੱਚ, ਜਿਵੇਂ ਆ ਪਲੇਟ ਆਪਾਂ ਰਿਵਟ ਇੱਥੇ ਲਗਾਤੀ ਤਾਂ ਆਪਾਂ ਆ ਮਾਰਜਨ ਕਿੰਨਾ ਹੋਣਾ ਚਾਹੀਦਾ, ਇਹ 1.5 ਡੀ ਹੁੰਦਾ ਡਾਇਆ ਆਫ ਰਿਵਟ। ਠੀਕ ਹੈ, 1.5 ਡੀ ਇਹਨੂੰ ਆਪਾਂ ਮਾਰਜਨ ਔਰ ਮਾਰਜਨਲ ਪਿਚ ਵੀ ਕਹਿ ਦਿੰਦੇ ਹਾਂ। ठीक है, ਤੇ ਉਸ ਤੋਂ ਬਾਅਦ ਆ ਗਿਆ ਆਪਣਾ next आ गई back pitch, the shorter distance between two successive rows in a multiple rifted joint। It is usually represented by PB, मतलब इस तरह PB या PT। ਤਾਂ ਮਾਰਜਨ ਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ M ਨਾਲ। ਠੀਕ ਹੈ, ਤੇ ਡਾਇਗਨਲ ਪਿਚ ਨੂੰ ਆਪਾਂ ਕਰਦੇ ਹਾਂ PD ਨਾਲ, ਤੇ ਰੋ ਪਿਚ ਨੂੰ PR ਨਾਲ। ठीक है, ਤੇ ਕੱਲੀ ਪਿਚ ਨੂੰ ਆਪਾਂ P ਨਾਲ ਡਿਨੋਟ ਕਰਦੇ। ठीक है जी, नैक्सट आ गया अपने को टाइप्स ऑफ लैप जॉइंट्स एंड देयर एफिशिएंसी। ਹੁਣ लैप जॉइंट ਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਕੀ ਇਹ ਕਿੰਨੇ ਤਰ੍ਹਾਂ ਦੇ ਹੁੰਦੇ ਆ, ਇੱਕ ਤਾਂ ਹੁੰਦਾ लैप जॉइंट, ਇੱਕ ਹੁੰਦਾ बट जॉइंट। ठीक है, ਹੁਣ ਜੇ ਤੁਹਾਨੂੰ ਮੈਂ ਫਿਗਰ ਦਿਖਾ ਦਿੰਦਾ ਉਹਦੇ ਵਿੱਚ ਤੁਹਾਨੂੰ ਈਜ਼ੀਲੀ ਕਲੀਅਰ ਹੋ ਜਾਊਗਾ। ਇਹਦੇ ਵਿੱਚ ਕੀ ਹੈ, ਆ ਫਸਟ ਪਲੇਟ, ਆ ਸੈਕੰਡ ਪਲੇਟ, ਉਹਦੇ ਉੱਤੇ ਆਪਾਂ ਆ ਰਿਵਟਸ ਲਗਾਤੀਆਂ, ਆ ਥੱਲੇ ਵੀ ਹੈਡ ਫਾਰਮ ਕਰਤਾ, ਉੱਪਰ ਵੀ ਹੈਡ ਫਾਰਮ ਆ, ਬਿਲਕੁਲ ਜੁਆਇੰਟ ਨੇ। ਠੀਕ ਹੈ, ਇੱਥੋਂ ਜਦ ਮੈਂ ਆਪਾਂ ਇਹਨੂੰ ਕ੍ਰੋਸ ਸੈਕਸ਼ਨਿੰਗ ਕੀਤੀ ਤਾਂ ਕੀ ਹੈ, ਇਹਦੀ ਰਿਵਟ ਦਾ ਹਾਫ ਸ਼ੋ ਕਰਤਾ। ਠੀਕ ਹੈ, ਤਾਂ ਇਹਨੂੰ ਆਪਾਂ ਲੈਫਟ ਜੁਆਇੰਟ ਕਹਿੰਦੇ ਆ। ਬਿਲਕੁਲ ਇੱਕੋ ਲਾਈਨ ਦੇ ਵਿੱਚ ਜਿਹੜੀ ਦੋ ਪਲੇਟਸ ਨੂੰ ਜੁਆਇਨ ਕੀਤਾ ਹੋਵੇ ਉਹਨੂੰ ਆਪਾਂ ਲੈਫਟ ਜੁਆਇੰਟ ਕਹਾਂਗੇ। ਠੀਕ ਹੈ, ਨੈਕਸਟ ਆ ਗਿਆ ਜੀ, ਇਹ ਥੋੜਾ ਐਕਸਪਲੋਡਡ ਵਿਊ ਦਿਖਾਤਾ ਕਿ ਤੁਹਾਨੂੰ ਈਜ਼ੀਲੀ ਕਲੀਅਰ ਹੋ ਜਾਏ। ਦੋ ਪਲੇਟਸ ਨੇ, ਆ ਦੋ ਹੋਲਸ ਕੀਤੇ ਹੋਏ ਨੇ, ਆ ਜਦੋਂ ਹੈਡ ਬਾਅਦ ਚ ਫਾਰਮ ਹੋਣਾ, ਇਹ ਤਾਂ ਜਸਟ ਮੈਂ ਤੁਹਾਨੂੰ ਇੱਕ ਐਕਸਪਲੋਡਡ ਵਿਊ ਦਿਖਾਤਾ। ਉਸ ਤੋਂ ਬਾਅਦ ਸਿੰਗਲ ਲਿਫਟਡ ਲੈਫਟ ਜੁਆਇੰਟ। ਠੀਕ ਹੈ, ਸੇਮ ਹੀ ਹੈ। ਉਸ ਤੋਂ ਬਾਅਦ ਡਬਲ ਲਿਫਟਡ ਚ ਕੀ ਆ, ਆਪਾਂ ਦੋ ਰੋਜ਼ ਲਗਾ ਲੈਂਦੇ ਹਾਂ। ਜੇ ट्रिपल लिफ्टेड होवे तो एक रो होर आ जूगी। ठीक है, तो एक रो होर आ जू। ठीक है, आ थोनू दसिया होया पिच, डायगनल पिच, ठीक आ पिच। ठीक है, आ रो पिच। ठीक है, तो जोड़ा ये सेंटर डिस्टेंस तो आ प्लेट के अज तक मार्जिन। ठीक है, उस तो बाद zigzag फॉर्म के जिन्हें भी आप पहला डिस्कस किए हैं सारे की है चेन टाइप ने। नैक्सट आ गया अपने को zigzag, आ दोनों का डिफरेंस देख लो किस तरह हो, आ चेन टाइप, आ zigzag। ठीक है जी, मतलब इस तरह आ zigzag चेन दे विच की है बिल्कुल स्ट्रेट। ठीक है, हाँ नैक्सट आ गया अपने को लैप जॉइंट्स। ठीक है, सिंगल लिफ्टेड सिर्फ एक रिवट शो होगी, बाकी ये पिछे ही होंगे। अपन सिर्फ पेपर के की करना है, एक रिवट शो ही करनी है, सैक्शन करके दिखाना है, सैक्शनिंग हो जाती है। ठीक है, उस तो बाद डबल लिफ्टेड, टू रिवट्स अपन शो हो रही ने। ठीक है, जे ट्रिपल होगी तो एक ट्रिपल दे विच की है एक रिवट होर बचूगी। डबल zigzag ये की है, एक तो सैक्शनिंग वाली रिवट शो होगी, एक विदाउट सैक्शनिंग शो होगी, क्योंकि वो पिछे चले जाती है। आप सैक्शनिंग की है पहला कर लें, जिमें थोड़ा इतने दस देना, जिमें आप सैक्शन इतों करना है, इतों सैक्शन कटना, इतों सैक्शन कटिया तो मैनू सिर्फ
ਜਦੋਂ मैं ਇਹਦਾ फ्रंट व्यू देखूँगा तो मैनू ਇਹਦਾ सैक्शन दिखूगा आ रिबन की है मैनू पूरी दिखूगी। ठीक है जी, ਉਹੀ ਇਹਦੇ ਵਿੱਚ शो किया होया आ पूरी रिबट दिख रही है तो आ सैक्शनिंग वाली रिबट दिख रही है। नैक्सट आ गया अपने को बट जॉइंट। बट जॉइंट ਦੇ ਵਿੱਚ ਕੀ है आ एक सिंगल प्लेट होंगी है आ पूरी प्लेट 1 आ प्लेट 2 आ प्लेट 3 मतलब ऊपर एक स्ट्रैप लगा दें जिन्हों आप आ स्ट्रैप प्लेट कह दें। इन दिस टाइप द प्लेट्स आर ब्रॉट टू ईच अदर विदाउट फॉर्मिंग एनी ओवरलैप। रिवेट्स joints are formed between each of the two plates, one or two cover plates means ਆਪਾਂ ਜਾਂ ਤਾਂ ਇਹਨੂੰ कवर plate भी कह ਦਿੰਦੇ हैं। ठीक है, cover plate depending upon the number of cover plates the butt joint may be single strap or double strap। मतलब ਜਿਹੜੀ स्ट्रैप ਨੂੰ ਆਪਾਂ कवर plate भी कह ਦਿੰਦੇ हैं ਤੇ ਉਹ ਤੇ ਹੀ ਡਿਪੈਂਡ ਕਰਦੀ ਹੈ ਕਿ ਡਬਲ ਸਟ੍ਰੈਪ ਹੋਣਾ ਚਾਹੀਦਾ ਕਿ ਸਿੰਗਲ ਸਟ੍ਰੈਪ ਹੋਣਾ ਚਾਹੀਦਾ। ਠੀਕ ਹੈ, ਆ ਦੇਖੋ ਐਕਸਪਲੋਡਡ ਵਿਊ ਬਟ ਜੁਆਇੰਟ ਦਾ। ਆ ਕੀ ਹੈ ਪਲੇਟ 1 ਆ ਪਲੇਟ 2 ਆਪਾਂ ਇਹ ਦੋਨਾਂ ਨੂੰ ਬਿਲਕੁਲ ਐਜਿਸ ਦੇ ਨਾਲ ਮਿਲਾ ਕੇ ਉੱਪਰ ਸਟ੍ਰੈਪ ਰੱਖ ਕੇ ਤਾਂ ਉੱਪਰ ਰਿਵਟਸ ਆਪਾਂ ਇਹਦੇ ਵਿੱਚ ਕਰ ਦਿੰਦੇ ਹਾਂ। ਠੀਕ ਹੈ, a single riveted single strap butt joint। ठीक है जी, नेक्स्ट आ गया अपने को डबल स्ट्रैप। आ थले एक प्लेट होर स्ट्रैप लगाता मैं जिमें आ प्लेट 1 आ प्लेट 2 आ स्ट्रैप 1 आ नीचे जब तुम देखोगे तो ये स्ट्रैप 2। ठीक है जी, दो दो कवर प्लेट्स लगा तो डबल स्ट्रैप कर लेंगे है ये चेन टाइप। ठीक है, ये डबल रिवेटेड डबल स्ट्रैप बट जॉइंट। देखो हुण ये दो दो रिवेट्स दो लगाइया डबल स्ट्रैप भी है तो डबल रिवेटेड भी है तो ये की है डबल स्ट्रैप बट जॉइंट सिंगल रिवेटेड डबल स्ट्रैप बट जॉइंट क्योंकि इको ही लाइन है ये है आप डबल डबल रिवेट्स यूज कर रहे हैं। उस तो बाद आ गई प्रपोर्शनस ऑफ रिवेटेड जॉइंट्स। रिवेटेड जॉइंट्स दे विच की है थोनू डाया ऑफ रिवेट्स गिवन होगा। ठीक है, नहीं तो आप डाया ऑफ रिवेट्स कट भी सकते हैं। थिकनेस कितनी यूज़ करनी है जिमें अपने को डाया ऑफ रिवेट्स आ गई आप कोई मतलब 10 लै लो। ठीक है, तो इतों की है आप थिकनेस कर सकते हैं। थिकनेस किमें कढ़नी है जिमें अपने को 10 आ गया इधर की है 6/√t इसकी स्क्वेयरिंग ऑन बोथ साइड्स। ठीक है, बोथ साइड्स की स्क्वेयरिंग की जाए इधर ले आए। ठीक है, √t। ठीक है, ये जो आप स्क्वेयर किया था ये स्क्वेयर हो गया। ठीक है, तो अपने को मतलब तो ਆਪਾਂ ਨੂੰ डाया ऑफ रिवेट्स जे दिता होया तो बहुत वधिया जे नहीं दिता तो अज्यूम करना पैना। तो ये की है डाया ऑफ रिवेट्स 6/√t यदि जे आप स्क्वेयर करांगे t स्क्वेयर ओवर ये थले तो अपने को प्लेट थिकनेस दी मतलब थिकनेस आ जाएगी। जे तो mm के विच लै रहे हो तो फॉर्मूला की होगा 6/√t जे सेंटीमीटर के विच लै रहे हो तो 1.9/√t। ठीक है, फिर थिकनेस ऑफ प्लेट आप डिस्कस कर चुके हैं कि जब आप स्केयर वगैरह कर देंगे तो वो की है आ वाला आ जाएगा। ठीक है, थिकनेस ऑफ मेन प्लेट आप इतों ईजीली कैलकुलेट कर सकते हैं। ठीक है, इतने थोड़ा जहा ना गलती होगी स्केयर होना सी पहला। नेक्स्ट आ गया अपना T1 सिंगल कवर प्लेट स्ट्रैप जी अपनी कवर प्लेट है बट जॉइंट के T1 की वैल्यू की होगी जी अपनी प्लेट की थिकनेस हो। प्लेट की थिकनेस आप कितों कटांगे प्लेट की थिकनेस आप
ਆ ਵਾਲੇ ਡਾਏ ਤੋਂ ਕੱਢਾਂਗੇ। ਜੇ ਆਪਾਂ ਨੂੰ ਡਾਇਆ ਪਤਾ ਹੋਊਗਾ ਰਿਵਟ ਦਾ ਤਾਂ ਆਪਾਂ ਪਲੇਟ ਥਿਕਨੈਸ ਕੈਲਕੂਲੇਟ ਕਰ ਲਾਂਗੇ। ਤਾਂ ਜਿੰਨੀ ਵੀ ਪਲੇਟ ਥਿਕਨੈਸ ਆਊਗੀ ਆਪਾਂ ਕੀ ਆ ਇਹਦੀ ਸਟੈਪ ਦੀ ਪਲੇਟ ਥਿਕਨੈਸ ਕੈਲਕੂਲੇਟ ਕਰ ਸਕਦੇ ਹਾਂ 1.25 ਮਲਟੀਪਲਾਈ ਬਾਈ ਟੀ ਨਾਲ। ਜੇ ਡਬਲ ਕਵਰ ਆਪਾਂ ਡਬਲ ਕਵਰ ਪਲੇਟ ਸਟੈਪ ਯੂਜ਼ ਕਰ ਰਹੇ ਹਾਂ ਤਾਂ ਉਹਦੇ ਵਿੱਚ ਵੈਲਿਊ ਕੀ ਹੋਊਗੀ 6.25 ਟੀ, ਮਤਲਬ ਜਿਹੜੀ ਥਿਕਨੈਸ ਆਫ ਕਵਰ ਪਲੇਟ ਹੋਊਗੀ ਉਹ ਕਿੰਨੀ ਹੋਊਗੀ 0.625 ਮਲਟੀਪਲਾਈ ਬਾਈ ਟੀ। The distance between two consecutive rows of rivets and perpendicular distance between two rows of rivets, that is for chain type ਆਪਾਂ 2d plus 6 mm यूज करना, ਤਾਂ zigzag ਦੇ ਵਿੱਚ ਆਪਾਂ 2d यूज करना। ठीक है, मतलब ਜਿਹੜੀਆਂ ਦੋ rows ਦੇ ਵਿੱਚ distance ਹੋਊਗਾ ਉਹ ਆਪਾਂ ਕਿੰਨਾ यूज करना 2d plus 6। ਇੱਕ ਤਾਂ ਪਿਚ ਹੁੰਦੀ ਹੈ, ਪਿਚ ਆਪਾਂ ਇੱਧਰ ਨੂੰ ਲੈਣੀ ਹੈ। ठीक है, ਆ ਜਿਹੜੀ ਪਿਚ ਰੋ ਪਿਚ ਆ ਉਹ ਆਪਾਂ ਲੈਣੀ ਹੈ 2d plus 6 mm। ठीक है, ਉਸ ਤੋਂ ਬਾਅਦ ਜੇ ਆਪਾਂ ਰਿਮੂਵ ਵੀ ਕਰਨੀ ਹੋਵੇ ਤਾਂ ਉਹਦੇ ਵਿੱਚ ਇੱਕ ਪ੍ਰੋਸੈਸ ਦਿੱਤਾ ਹੋਇਆ। ठीक है, ਉਹਦੇ ਵਿੱਚ ਕੀ ਕੀਤਾ ਹੋਇਆ ਵਾ ਆ ਡਰਿਲ ਵਗੈਰਾ ਕਰਕੇ ਸੈਂਟਰ ਪੰਚ ਲਾ ਕੇ ਰਿਵਟ ਦਾ ਹੈਡ ਨੂੰ ਤੋੜਿਆ ਜਾਂਦਾ। ਤਾਂ ਉਹ ਜਿਹੜਾ ਹੈਡ ਟੁੱਟ ਗਏ ਤਾਂ ਉਹ ਆਪੇ ਕੀ ਹੈ ਥੱਲੇ ਆਪਾਂ ਉਹਨੂੰ ਯੂਜ਼ ਕਰ ਸਕਦੇ ਹਾਂ। ਇਹ ਪ੍ਰੋਸੈਸ ਹੈ ਟੂ ਰਿਮੂਵ ਦੀ ਰਿਵਟ, ਪਰ ਤੁਹਾਡੇ ਸਿਲੇਬਸ ਦੇ ਵਿੱਚ ਹੈ ਨਹੀਂ ਗਾ, ਤਾਂ ਇਸ ਨੂੰ ਜ਼ਿਆਦਾ ਮਤਲਬ ਜਸਟ ਫॉर ਨੌਲੇਜ ਮੈਂ ਸ਼ੇਅਰ ਕਰਤਾ। ਠੀਕ ਹੈ ਜੀ, ਇੱਥੋਂ ਆਪਣਾ ਅੱਜ ਰਿਵਟ ਜੁਆਇੰਟਸ ਦਾ ਚੈਪਟਰ ਖਤਮ ਹੁੰਦਾ ਤੇ ਕੱਲ੍ਹ ਨੂੰ ਆਪਾਂ ਇਹਦੇ ਕੁਝ ਕੁਐਸਚਨਸ ਕਰਾਂਗੇ। ਤੇ ਅੱਜ ਜਸਟ ਇਹ ਥਿਊਰੀ ਹੈ, ਇਹਨੂੰ ਆਪਣੀ ਸ਼ੀਟਸ ਤੇ ਸ਼ੀਟਸ ਵਗੈਰਾ ਤੇ ਲਿਖ ਦਿਓ। ਠੀਕ ਹੈ ਜੀ, ਓਕੇ।